मेरा बैद गुरु गोविंदा, मेरा बैद गुरु गोविंदा, हर हर नाम औखद मुख देवै, काटै जम की फंदा। धन है धन है धन है मेरे वैद दे, ओ गुरु गोविंद गोविंदा, ओ परम पूज्य परमात्मा। हर हर नाम औखद मुख देवै। औखद का मतलब है एक दवा। औखद का मतलब है एक दवा। कहंदे नाम दी, हरि दे नाम दी दवाई साडे मुख दे विच दिंदा है। अते उस दवाई नाल की हुंदा पता? की करदा हरि दी दवाई दे के साडे? जिहड़ी हरि दी दवाई साडे मुख दे विच दिंदा है, ਉਹਦੇ ਨਾਲ ਕੀ ਕਰਦਾ? ਜਮਾਂ ਦੀਆਂ ਫਾਹੀਆਂ ਸਾਡੇ ਗਲ ਦੇ ਵਿੱਚ ਜਿਹੜੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਕੱਟਦਾ। ਗੁਰੂ ਪਿਆਰਿਓ, ਉਹਨਾਂ ਨੂੰ ਕੱਟਦਾ, ਉਹ ਫਾਹੀਆਂ ਨੂੰ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਿਹੜਾ ਜਮਾਂ ਨੇ ਜਿਹੜੀਆਂ ਫਾਹੀਆਂ ਗਲ ਦੇ ਵਿੱਚ ਪਾਈਆਂ ਨੇ ਸਾਡੀਆਂ, ਕਾਹਦੀਆਂ? ਲੋਭ, लालच, मोह, हंकार, तृष्णा। असी इन्हां फाइयां दे विचों निकलना गुरु प्यार वाले। अते निकल के असी जिहड़ी प्रीत पाउने आ ना, ये झूठी। उस प्रीत नूं छड्ड दिओ। उस प्रीत नूं असी उस दे नाल पाउणी है जिहड़ी चीज़ स्थिर है, जिहड़ी स्थिर है। स्थिर है एक थिर है। थिर कहंदे है जिहड़ी पक्की एक जगह ते खड़ी है। स्थिर है जिहड़ी हलदी रहिंदी, तुरदी फिरदी। हुण जिहड़ियां जूनां ने, जिस चीज़ नूं असी इन्हां नेत्रां दे नाल सीधे तौर दे उत्ते इन्हां नेत्रां दे नाल देख रहे हैं, ये सारी स्थिर है। भाव ਚੱਲਣਹਾਰ है। ये पातशाह कहते इहदे नाल तुसीं प्यार ना पाओ, प्यार ना पाओ। कहते इस दे नाल कह रहे हैं पातशाह, गुरबाणी दे विच समझा रहे हैं। पातशाह कहते हैं तिस स्यों नेह ना कीचई, जो दिसै ਚੱਲਣਹਾਰ। कहते जिहड़ी चीज़ तैनूं दींदा इन्हें चली जाना है, तू उस दे नाल काहदे लई नेह करदा? जिहड़ा सदा थिर है, जिहड़ा सच है, उस दे नाल नेह क्यों नहीं करदा? अते हुण वो किहड़ी चीज़ है? हुण वो किहड़ी चीज़ है जिहड़ी सदा थिर है? उन्हां दे विचों जिहड़ी पहली चीज़ है, जिथों असी प्यार आरंभ करना, जिथों आपां ने प्यार आरंभ करना, ਉਹ ਨੇ ਗੁਰਮੁਖ ਪਿਆਰਿਓ ਅਨਹਦ ਸ਼ਬਦ। ਉਹ ਨੇ ਅਨਹਦ ਸ਼ਬਦ। ਜਦੋਂ ਇੱਕ ਵਾਰ ਤੁਹਾਡਾ ਮੋਹ ਪੈ ਗਿਆ, ਇੱਕ ਵਾਰ ਪਿਆਰ ਪੈ ਗਿਆ, ਫਿਰ ਨਾ ਉਹਨਾਂ ਨੇ ਦਿਨ ਰੁਕਣਾ ਤੇ ਨਾ ਰਾਤ ਨੂੰ ਰੁਕਣਾ, ਨਾ ਉਹਨਾਂ ਨੇ ਗਰਮੀਆਂ 'ਚ ਰੁਕਣਾ ਤੇ ਨਾ ਉਹਨਾਂ ਨੇ ਸਰਦੀਆਂ 'ਚ ਰੁਕਣਾ, ना बारिश दे विच रुकना, ना उत्ते नीचे आकाश दे विच रुकना, ना उन्होंने पताल दे विच रुकना। वो शब्द उसनूं की कहंदे है? बिन नावै नाही को थाओ। वो है नाम। उस तो बगैर ऐदां दी कोई जगह नहीं जिथे वो नाम नहीं। किते आल वर्ल्ड दे कोई कोना ऐदां दा नहीं जिथे नाम नहीं।
ਬਿਨ ਨਾਮੈ ਨਾਹੀ ਕੋ ਥਾਉ। ਉਹਦੇ ਨਾਲ ਪਿਆਰ ਕਰ। ਉਹ ਕੀ ਹੈ? ਅਨਹਦ ਸ਼ਬਦ ਸੁਹਾਵਣੇ। ਉਹ ਨੇ ਸੋਹਣੇ ਸ਼ਬਦ। ਪਾਈਐ ਗੁਰ ਵਿਚਾਰ। ਉਹਨਾਂ ਸ਼ਬਦਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ? ਗੁਰੂ ਦੀ ਵਿਚਾਰ ਸੁਣ ਕੇ। ਗੁਰੂ ਦੀ ਵਿਚਾਰ ਸੁਣਦੇ ਸੁਣਦੇ ਸਾਡਾ ਮਨ ਚੁੱਪ ਕਰ ਜਾਏਗਾ। ਸਾਡਾ ਮਨ ਚੁੱਪ ਕਰ ਜਾਏਗਾ। ਕਿੱਦਾਂ? ਜਿੱਦਾਂ ਹੁਣ ਤੁਹਾਡਾ ਬਿਲਕੁਲ ਇੰਟਰਸਟ ਬਣਿਆ ਹੋਇਆ। ਤੁਸੀਂ ਸੋਚ ਰਹੇ ਸੀ ਕਿ ਉਹ ਕਿਹੜੀ ਚੀਜ਼ ਹੈ ਜਿਸ ਦੇ ਨਾਲ ਅਸੀਂ ਨੇ ਪਿਆਰ ਕਰਨਾ, ਨੇਹੋ ਕਰਨਾ, ਜਿਸ ਦੇ ਨਾਲ ਨੇਹੋ। ਗੁਰਬਾਣੀ ਦੇ ਵਿੱਚ ਬੜੀ ਵਰਡਿੰਗ ਇੱਦਾਂ ਦੀ ਹੈ ਜਿਹੜੀ ਅਸੀਂ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ। ਪਤਾ ਨਹੀਂ ਕਿੱਥੋਂ ਕਿੱਥੋਂ ਦੀ ਵਰਡਿੰਗ ਗੁਰਬਾਣੀ ਦੇ ਵਿੱਚ ਸਾਨੂੰ ਮਿਲ ਜਾਂਦੀ ਹੈ। ਜਿੱਦਾਂ ਆਪਾਂ ਨੇ ਵਰਡਿੰਗ ਬਾਰੇ ਇੱਕ ਦਿਨ ਪਹਿਲਾਂ ਵਿਚਾਰ ਕੀਤੀ ਸੀ ਕਿ ਇੱਕ ਸਾਡੇ ਮਾਲਵੇ ਦੀ ਬੋਲੀ ਹੈ, ਜਾਂ ਉਹਨੂੰ ਹਰਿਆਣੇ ਵਾਲੇ ਵੀ ਵਰਤ ਯੂਜ ਕਰ ਲੈਂਦੇ ਹੈ। ਆਮ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆ ਕੋਈ ਚੀਜ਼ ਨੂੰ ਲੱਭਣਾ, ਕੋਈ ਚੀਜ਼ ਨੂੰ ਲੱਭਣਾ। ਪਰ ਕੁਛ ਸਾਡਾ ਏਰੀਆ ਅਤੇ ਕੁਛ ਹਰਿਆਣਾ, ਉਹ ਕਹਿੰਦੇ ਹੈ ਕਿ ਉਸ ਟੋਲਾ, ਉਸ ਚੀਜ਼ ਨੂੰ ਟੋਲਾ। ਆਮ ਪਿਓਰ ਹਿੰਦੀ 'ਚ ਕਹਿੰਦੇ ਆ ਢੂੰਡਣਾ, ਢੂੰਡਣਾ। ਪਰ ਆਹ ਹਰਿਆਣਵੀ ਏਰੀਆ ਅਤੇ ਸਾਡਾ ਏਰੀਆ ਕਹਿੰਦਾ ਉਸ ਨੂੰ ਟੋਲਾ। ਇਹ ਟੋਲਾ ਸ਼ਬਦ ਵੀ ਗੁਰਬਾਣੀ ਦੇ ਵਿੱਚ ਹੈ। ਪਾਤਸ਼ਾਹ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭਲਾਈ। ਆਹ ਟੋਲਾ ਸ਼ਬਦ ਪਤਾ ਨਹੀਂ ਦੇਖੋ ਕਿੱਥੋਂ ਵਰਤ। ਇੱਦਾਂ ਹੁਣ ਨੇਹੋ, ਪਾਤਸ਼ਾਹ ਕਹਿੰਦੇ ਤਿਸ ਸਿਉ ਨੇਹੇ ਨਾ ਕੀਚੀ। ਕਹਿੰਦੇ ਉਹਦੇ ਨਾਲ ਨੇਹ ਨਾ ਕਰ ਤੂੰ। ਕਿਹਦੇ ਨਾਲ? ਨੇਹ ਭਾਵ ਪਿਆਰ ਨਾ ਕਰ। ਕਿਹਦੇ ਨਾਲ? ਜਿਹੜੀ ਚੀਜ਼ ਨੇ ਤੁਰ ਜਾਣਾ, ਜਿਹੜੀ ਚੀਜ਼ ਨੇ ਰਹਿਣੀ ਨਹੀਂ ਇੱਥੇ, ਉਹਦੇ ਨਾਲ ਕਿਉਂ ਪਿਆਰ ਕਰਦੇ ਨੇ? ਪਤਾ ਨਹੀਂ ਉਹ ਤੇਥੋਂ ਪਹਿਲਾਂ ਚਲੀ ਜਾਵੇ, ਪਤਾ ਨਹੀਂ ਤੇਥੋਂ ਬਾਅਦ 'ਚ ਚਲੀ ਜਾਵੇ। ਫਿਰ ਇਸ ਦੇ ਵਿੱਚ ਹੋਰ ਚੀਜ਼ਾਂ ਤੇ ਛੱਡੋ ਸਾਰੀਆਂ, ਹੋਰ ਤੇ ਸਾਰੀਆਂ ਛੱਡੋ। ਇਸ ਦੇ ਵਿੱਚ ਸਾਡਾ ਸਰੀਰ ਵੀ ਆ ਗਿਆ, ਸਾਡੀ ਕਾਇਆ, ਸਾਡਾ ਤਨ ਵੀ ਆ ਗਿਆ। ਇਸ ਨੇ ਵੀ ਰਹਿਣਾ ਨਹੀਂ। ਹੋਰ ਨੂੰ ਤੇ ਪਿਆਰ ਕੀ ਕਰਨਾ ਹੈ? ਪਾਤਸ਼ਾਹ ਕਹਿੰਦੇ ਇਹਦੇ ਨਾਲ ਵੀ ਪਿਆਰ ਨਾ ਕਰ। ਤਿਸ ਸਿਉ ਨੇਹ ਨਾ ਕੀਚਈ, ਜੋ ਦੀਸੈ ਚੱਲਣ ਹਾਰ। ਅਨਹਦ ਨਾਦ ਸੁਹਾਵਣੇ, ਅਨਹਦ ਸ਼ਬਦ ਸੁਹਾਵਣੇ। ਪਾਈਐ ਗੁਰ ਵਿਚਾਰ। ਗੁਰੂ ਦੀ ਵਿਚਾਰ ਦੇ ਨਾਲ ਉਹ ਜਿਹੜੇ ਸ਼ਬਦ ਨੇ ਉਹ ਸੋਹਣੇ ਨੇ, ਅਸੀਂ ਉਹਨਾਂ ਨੂੰ ਪ੍ਰਾਪਤ ਕਰਨਾ। ਜਦੋਂ ਸਾਨੂੰ ਉਹ ਸ਼ਬਦ ਪ੍ਰਾਪਤ ਹੋ ਗਏ, ਸਮਝ ਲਓ ਅਸੀਂ ਉਸ ਮਾਰਗ 'ਤੇ ਠਿੱਲ ਪਏ। ਉਸ ਮਾਰਗ 'ਤੇ ਠਿੱਲ ਪਏ ਜਿਹੜਾ ਮਾਰਗ ਸਾਡੇ ਪਿਤਾ ਦੇ ਘਰ ਨੂੰ ਜਾਂਦਾ ਹੈ। ਜਿਹੜੇ ਮਾਰਗ ਬਾਰੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ। ਕਿਹੜਾ ਮਾਰਗ ਹੈ? ਉਹ ਲਿਵ ਦਾ ਮਾਰਗ ਹੈ, ਜਿਹੜਾ ਮਾਲਕ ਦੇ ਨੇੜੇ ਲੈ ਕੇ ਜਾਂਦਾ, ਅਤੇ ਧਾਤ ਦਾ ਮਾਰਗ ਮਾਲਕ ਤੋਂ ਦੂਰ ਲੈ ਕੇ ਜਾਂਦਾ। ਇਸੇ ਲਈ ਜਪਜੀ ਸਾਹਿਬ ਦੇ ਲਾਸਟ ਸ਼ਲੋਕ ਦੇ ਵਿੱਚ ਆਖਿਆ ਗਿਆ, ਲਾਸਟ ਸ਼ਲੋਕ ਦੇ ਵਿੱਚ ਆਖਿਆ ਗਿਆ ਕੈ ਨੇੜੇ ਕੇ ਨੇੜੇ ਕੇ ਦੂਰ। ਇੱਦਾਂ ਦੇ ਕਰਮ ਕਰਦੇ ਆ। ਕੁਝ ਕਰਮ ਸਾਨੂੰ ਮਾਲਕ ਦੇ ਨੇੜੇ ਲੈ ਜਾਂਦੇ ਆ, ਕੁਝ ਕਰਮ ਸਾਨੂੰ ਮਾਲਕ ਤੋਂ ਦੂਰ ਲੈ ਜਾਂਦੇ ਆ। ਕਰਮੀ ਆਪੋ ਆਪਣੀ, ਆਪਾਂ ਜਿਹੜੇ ਕਰਮ ਕਰਦੇ ਹਾਂ ਉਹ ਕਰਮ, ਹੋਰ ਨਹੀਂ ਕੁਛ। ਪੜ੍ਹੀ ਜਾਂਦੇ ਹਾਂ, ਅਸੀਂ ਵਿਚਾਰ ਨਹੀਂ ਕਰਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੁਝ ਕਰਮ ਸਾਡੇ ਇੱਦਾਂ ਦੇ ਕਰ ਲੈਂਦੇ ਹਾਂ ਅਸੀਂ ਜਿਹੜੇ ਸਾਨੂੰ ਮਾਲਕ ਦੇ ਨੇੜੇ ਲੈ ਆਉਂਦੇ ਆ। ਕੁਝ ਕਰਮ ਇੱਦਾਂ ਦੇ ਕਰਦੇ ਆ ਜੀਵ ਜਿਹੜੇ ਮਾਲਕ ਤੋਂ ਦੂਰ ਲੈ ਜਾਂਦੇ ਆ। ਪਰ ਅਸੀਂ ਕੀ ਕਰਨਾ? ਅਸੀਂ ਇੱਦਾਂ ਦੇ ਕਰਮ ਕਰਨੇ ਆ ਜਿਹੜੇ ਸਾਨੂੰ ਮਾਲਕ ਦੇ ਨੇੜੇ ਲੈ ਆਉਣ ਅਤੇ ਉਸ ਜੋਤ ਦੇ ਨਾਲ ਸਾਡੀ ਜੋਤ ਮਿਲਾ ਦੇਣ। ਪਾਤਸ਼ਾਹ ਕਹਿੰਦੇ ਆਵਾ ਗਾਉਣ ਵਾਰਿਆ ਜੋਤੀ ਜੋਤ ਮਿਲਾਏ। ਉਸ ਜੋਤ ਦੇ ਨਾਲ ਸਾਡੀ ਜੋਤ ਮਿਲ ਜੇ। ਅਤੇ ਇਹ ਸਾਰਾ ਕੁਝ ਇਸ ਕਮਾਈ ਦੇ ਉੱਤੇ ਨਿਰਭਰ ਨਹੀਂ ਕਰਦਾ।
सब तो वध जो साडी पूर्वली कमाई है उस ते निर्भर करदा है। उस कमाई नूं समझ के हुण आपां ने सारा कुछ समर्पण कर देना है, सारा कुछ समर्पण कर देना मालक दे उत्ते। जदों गुरमुख प्यारिओ जे तुहाडा 50% मन मन जावे फिर किंतु परंतु ना करियो, कोई भी किंतु परंतु ना करियो। 50% मन मनण तो बाद जे मन दे विच किंतु परंतु आउंदी है, समझ लो अजे वो चोरां ने तुहाडा पिछा नहीं छड्डिया, उन्हां चोरां ने पिछा नहीं छड्डिया, अजे तुहाडा मन चंगी तरह जागिया नहीं। जदों किते माड़ी जी भी किंतु परंतु तुहाडे अंदर आवे, बिल्कुल कुछ सोचे ते समझे बगैर, कुछ नहीं सोचना कुछ नहीं समझना, बस एको ही गल कह देनी, अजे दूतां ने मेरा पिछा नहीं छड्डिया, अजे वो मैनू हराउण नूं फिरदे आ। हाँ, एक गल होर याद रखियो, जिहड़े जीव अनहद बाणी तक पहुँचे हुए आ, जिहड़े जीव मालक दे दर्शन दीदारियां तक पहुँचे हुए आ, वो भी अजे ध्यान रखियो। ये नहीं कि अनहद बाणी सुननी, अमृत आ जाना, दर्शन हो जाने कि ये प्राप्ति नहीं है। प्राप्ति तो बहुत ही वड्डी है, प्राप्ति बहुत ही वड्डी है, पर यह भी ना समझियो कि असी भवजल तो पार हो गए। नहीं, असी अजे भवजल तो पार नहीं हुए। अजे से भगत कबीर कह रहे हैं, कहते मेरी बेड़ी मेरी नाभ मेरी किश्ती अजे समुंदर दे विच है, समुंदर दे विच है। अजे पता नहीं कदों समुंदर दे विच तूफान आ जावे, समुंदर दे विच तूफान आ जावे, वो तूफान चक के मेरी किश्ती दा मूँह दोबारा पिछे फिर नरकां वाले पासे भाव जूना वाले पासे कर देवे। मैं पता नहीं कदों लिब दे मार्ग तो थिड़क जावां, पता नहीं कदों मैं धात दे मार्ग ते चल पवां। अजे भरोसा ना करियो, अजे विश्वास ना करियो। लास्ट दम तक जिहड़ा दुश्मन हुंदा है ना, दुश्मन हुंदा है, वो कदे भी किसी वेले भी किसी साइड तो हमला कर सकता है। कदे किसी वेले किसी वक्त किसी पासों किसी भी दिशा दे विचों वो हमला कर सकता है। दुश्मन नूं कदे कमज़ोर ना समझो। हुण अद्धी संगत ने कहना है जां बाज दे बाद दे विच यूट्यूब ते सुनने वालियां ने कहना है, वीर जी आ लड़ाई के झगड़े कित्थों आ गए, असी ते भगती ते चलने आ, भगती दे मार्ग ते चलने आ दुश्मन कित्थों आ गया। हाँ गुरमुखो, असी युद्ध करन लई ते आए हाँ, असी युद्ध करन दे लई ते आए हाँ, लड़ाई करन दे लई ते आए हाँ, जित प्राप्त करन दे लई ते आए हाँ। आपां जित प्राप्त लई ते आए हाँ। खालसे दा काम ही है युद्ध करना। खालसा वो जो करे नित जंग, आपां ते जंग करनी है। सानू जंग ते साडी गुड़ती दे विच मिली है, गुड़ती दे विच मिली है सानू जंग। अमर होना है असीं, अमर किवें होवांगे? अमृत पी के। गुड़ती सानू काहदी मिलदी है? अमृत दी। असीं अमृत पी के अमर होना है। गुरु प्यार वालिओ, अमर होना है। फिर क्यों ना असीं युद्ध करिए, युद्ध करके असीं दुश्मन नूं कमज़ोर रखिए, आप अपनी जित प्राप्त करिए। ये दुश्मन कदे किसी वेले किसी साइड तो हमला कर सकदा है, अते इस दे लई आपां ने लास्ट दम तक लड़ना है। लास्ट दम तक जिहड़े अभ्यासी जीव है उन्हां दे लई पातशाह ने
शब्द वरते है। पातशाह कहते अजे सुनाव समुंद में क्या जाना क्या होए। कहते नाव, नाव कहते किश्ती या बेड़ी। कहते अजे तेरी बेड़ी समुंदर दे विच है, किनारे नहीं लगी। किनारे लग के उस बेड़ी नूं रस्सा पा के मुला ने बन्निया नहीं अजे। जदों तुसीं बेड़ी चों उतर जाओगे, मला उस बेड़ी नूं रस्सा पा के किनारे ते बन देगा, उदों फिर आपां नूं ऐदां हो जांदा कि जिहड़ा मर्जी तूफान आ जाए साडी ते बेड़ी किनारे ते खड़ी है। इस करके जिहड़े भगती दे मार्ग ते चले होए आ उन्हां नूं अमृत जिसनूं हर रस आ गया वो अमृत दे उतावले हो जो, नाम रस दे उतावले हो जो। जिसनूं अमृत आ गया वो ब्रह्म रस दे उतावले हो जो, ब्रह्म रस दे उतावले हो जो। जिसनूं अनहद बाणी सुन रही है, एक शब्द सुनदा, दो सुनदे आ, वो पंजे शब्दां दे उतावले हो जो। मेरे मालिका मैनूं वो 5 शब्द सुना दे, वो 5 शब्द मैनूं सुनने चाहिए आ ਜਿਹੜੇ ਤੁਸੀਂ रोज़ गुरबाणी ਦੇ ਵਿੱਚ विचार करते हो, सानू कहने हो। मैनू पहला पता नहीं लग्या सी मेरे मालिका, वो 5 शब्दों बारे दसो किहड़े ਜਿਹੜੇ ਆਪਾਂ पढ़न तक सीमित रह जाते हैं। गुरमुख प्यारिओ 5 शब्द बाजे घर सुभागे। ये मेरा घर कदों सुभागा भरिया होएगा, कदों होएगा मेरे मालिका? उदों होएगा जदों साडे अंदर वो 5 शब्द, वो 5 धुना ਚੱਲਣਗੀਆਂ। 5 ਧੁਨਾਂ, ਕਈਆਂ ਦੇ 1 ਚੱਲਦਾ, ਕਈਆਂ ਦੇ 2 ਚੱਲਦੇ ਆ, ਕਈਆਂ ਦੇ 4-4 ਵੀ ਚੱਲਦੇ ਆ, ਕਈਆਂ ਦੇ ਘਨੇਰੇ ਵੀ ਚੱਲਦੇ ਆ। ਸਾਰਿਆਂ ਦੀ ਆਪੋ ਆਪਣੀ ਅਲੱਗ-ਅਲੱਗ ਅਵਸਥਾ ਹੈ ਜਿਹੜੇ ਅਭਿਆਸੀ ਜੀਵ ਨੇ। ਪਰ ਪਾਤਸ਼ਾਹ ਕਹਿੰਦੇ 5 ਸ਼ਬਦ ਬਾਜੇ ਘਰ ਸੁਭਾਗੇ। ਉਦੋਂ ਘਰ ਸੁਭਾਗਾ ਭਰਿਆ ਹੋਏਗਾ ਜਦੋਂ 5 ਸ਼ਬਦ ਵੱਜਣਗੇ। घर सुभागे शब्द बाजे कला जित कर धारिया। फिर कला वरतेगी, फिर कला वरतेगी मेरे मालिक दी, उस परमेश्वर दी। की करांगे जदों कला आ गई? 5 दूत तुध वस कीते, 5 दूत तुध वस कीते। आ जिहड़े 5 दूत ने जिन्हां दे नाल असीं युद्ध कर रहे हैं, जिन्हां दे नाल असीं जंग कर रहे हैं, इन्हां दूतां नूं गुरमुख प्यारिओ पक्के तौर ते असीं उदों वस करांगे। काल कंटक मारिया, तुर करम पाया तुद जिन को। अगे हुण तुसीं पढ़ी है बाणी। ये सारी बाणी सानूं कुछ सिखाउणा चाहुंदी है, सिखाउणा। हर एक वर्डिंग, हर एक शब्द सानू कुछ ना कुछ समझाउणा चाहुंदा है। सिर्फ बगैर समझे जिहड़ा जपना है आपां ने, जिहड़ा जपना है वो तो कल्ला गुरमंतर है बस। जिहड़ी जपण दी गल आखी है ना सानू बाणी दे विच, वो आखी है गुरमंतर दी। गुरमंतर नूं आपां ने जपी जाना है। अते बाकी सारी गुरबाणी असी ने पढ़नी है, पढ़ के विचारनी है, विचार के उस दे उत्ते चलना है। ये सारी गुरबाणी कोई कल्ला पढ़न दा विषय नहीं, पढ़नी है, पढ़ के विचारनी है। विचार के जो गुरबाणी गुरु सानू भेद दे रहे है, फिर आपां उस दे उत्ते चलना है। गुरु प्यार वाले ये कह रही है सानू गुरबाणी। पर असी लकीर दे फकीर नहीं होना, असी देखो देखी नहीं करना, असी देखो देखी नहीं करना कि साडे गुआंढी बस नितनेम करते आ, मैं भी नितनेम करना, साडे रिश्तेदार नितनेम करते हैं, मेरे भैन भरा नितनेम करते हैं, मैं भी नितनेम करना। नहीं, नितनेम दे विचों कुछ लभना है। नितनेम दे विच हीरे मोती जवाहरत छुपे हुए आ।
गुरु दे बचन छुपे हुए आ, गुरु दे बचन छुपे हुए है। दास ने एक दो बारी पहला भी ये शब्द उच्चारण किया। एक नॉर्मल छोटी साखी समझाउण दे लई पहला भी जूझ कीती सी कि एक जिमींदार दे दो बेटे आ, दो बेटे आ जिमींदार दे, दोनों अड्डो अड्ड हो गए अते जिमींदार ने कुछ दिनां दे लई बाहर जाना सी। कुछ दिनां दे लई कि कुछ साल दे लई, एक दो साल दे लई बाहर जाना सी अते वो अपने बच्चिਆਂ ਨੂੰ कह गया कि तुसी ऐदां करना, तुसी दोए इकट्ठे नहीं रहना, तुसी दोए लड़ाई झगड़ा करोगे, तुसी अलग अलग हो जो, तुहाडे कोले जायदाद बड़ी है, मैं तुहानूं ये वंड के दे देना। तुसी दोवां ने आपो अपना कर्म करना है, कर्म भाव काम करना है। काम किदां करना है, वो काम दे प्रति मैं तुहानूं एक नोटबुक ते लिख के दे के जावांगा। तुसी आपो अपनी एक एक नोटबुक लैके आओ नवीं। वो नवीं एक एक नोटबुक लैके आ गए। उस घर दे मालिक ने, बच्चिਆਂ दे प्यो ने उस नोटबुक ते बच्चिਆਂ दा डेली दा रूटीन दा वर्क लिख दिता। रूटीन दा वर्क भी सवेरे उठण सार तो की करना है, उस तो बाद की करना है, उस तो बाद की करना है, शाम तक तू की कुछ करना है, शाम तो बाद तू आराम करना है। फिर दूजा तीजा दिन ऐदां कई पेज भर दिते उन्हें कापी ते। ये भी दस दिता हाड़े की फसल किद्दां बीजनी है, साउणी की फसल किद्दां बीजनी है, किन्नी उहदे विच खाद पाउणी है, कदों उसनूं पानी लाउणा है, कदों उसनूं वढणा है। वो सारा कुछ जिमींदार ने नोटबुक ते तकरीबन 10-20 पेज लिख दिते। ऐदां ही फिर दूजे बेटे वास्ते लिख दिती। दोयां नूं नोटबुक फड़ा दिती। नोटबुक फड़ा के दोवां नूं आखिया कि इस नोटबुक नूं तुसीं एक वार हर रोज़ सवेरे उठ के पढ़ना है। जदों तुसीं सवेरे उठ के पढ़ोगे तां तुहानूं तुहाडे नित्ता प्रति जो काम करना है उस काम दी यादाश्त बन जाएगी, उस काम दी यादाश्त बन जाएगी। फिर तुसीं हर रोज़ जिहड़ा इस ते काम करिया लिखिया होया है कि अज दे दिन की करना है, कल दे दिन की करना है, फिर की करना है। आ तुहानूं हाड़ी दा काम भी दस दिता ते साउणी दा काम भी किदां करना है, ये भी मैं समझा दिता। इहदे उत्ते किसी नूं पुछण दी लोड़ नहीं पेगी। रोज़ नोटबुक उठनी, पढ़नी, पढ़ के रख देनी, उस हिसाब ते अपदा कार्य करना। बच्चिਆਂ ने 7 वचन आखिया, प्रवान किया पिता दा हुक्म। पिता इन्नी गल कह के विदेश चला गया। दोनों बच्चिਆਂ ने वही कर्म किया। एक गुरमुखो कदों कदी बंद होया है? वाहिगुरू जी हुणे होया 1 सेकंड पहले जी, बस स्टार्ट करते नाल जी। अच्छा अच्छा, चलो। जो बच्चिਆਂ ਦਾ पिता ਉਹਨਾਂ ਨੂੰ लिख के दे गया सी, देण तो बाद वो अपना विदेश चला गया ते बच्चिਆਂ ने ਉਹੀ कर्म करना शुरू कर दिता। एक ते की करदा सी, दोनों ने नोटबुक बड़े प्यार सत्कार दे नाल सांभी अलमारी दे विच। सवेरे उठ के दोए पढ़दे सी नोटबुक नूं, नोटबुक नूं सवेरे उठ के दोए पढ़दे सी। एक ते पढ़ के उस दे उत्तों जिद्दां जिद्दां डैडी ने, गुरु ने लिखिया सी, टीचर ने, वो उदा उदा कर्म करदा रहा, उदा उदा फसल उगाउंदा रहा। अते दूजा नोटबुक नूं ते पढ़दा सी। वो कहंदा सी मैनूं फादर, मैनूं डैडी कह के गया नोटबुक पढ़नी है, पर पढ़ के वो उदे ही अलमारी दे विच रख दिंदा सी ते बाद दे विच सौं जांदा सी। रोज़ उठदा सी, नोटबुक पढ़दा सी, पढ़ के अलमारी च रख दिंदा सी ते सौं जांदा सी।
ਹੁਣ ਜਿਹੜਾ ਕਰਮ ਤੇ ਕਰਦਾ ਸੀ, ਪਿਤਾ ਦੇ ਦੱਸੇ ਅਨੁਸਾਰ ਰੋਜ਼ ਚੱਲਦਾ ਸੀ, ਉਸਨੇ ਤੇ ਬਰਕਤਾਂ ਹੋ ਗਈਆਂ, ਕਮਾਈ ਹੋ ਗਈ, ਉਸਨੇ ਤੇ ਵਧਣਾ ਫੁੱਲਣਾ ਸ਼ੁਰੂ ਕਰ ਦਿੱਤਾ, ਆਮਦਨ ਆਉਣ ਲੱਗ ਗਈ ਖੇਤ ਦੇ ਵਿੱਚੋਂ। ਜਿਹੜਾ ਘਰ ਦੇ ਵਿੱਚ ਰਹਿੰਦਾ ਸੀ, ਪੜ੍ਹਨ ਤੱਕ ਸੀਮਤ ਸੀ, ਉਹ ਵਿਚਾਰਾ ਘਰ ਦਾ ਜਿਹੜਾ ਸਮਾਨ ਹੈ ਉਹ ਵੀ ਮੁੱਕਣ ਲੱਗਿਆ, ਉਹ ਭੁੱਖ ਨੰਗ ਦੇ ਨਾਲ ਲੜਨ ਲੱਗਿਆ। ਜਦੋਂ ਸਮਾਂ ਪਿਆ, ਪਿਓ ਵਾਪਸ ਆਇਆ, ਵਿਦੇਸ਼ੋਂ ਵਾਪਸ ਆਇਆ, ਆ ਕੇ ਦੋਨਾਂ ਦੇ ਹਾਲਾਤ ਦੇਖੇ। ਇੱਕ ਪਾਸਿਓਂ ਦੇਖ ਕੇ ਖੁਸ਼ ਹੋਇਆ, ਦੂਜੇ ਪਾਸੇ ਦੁਖੀ ਹੋਇਆ। ਦੋਨੋਂ ਬੁਲਾਏ, ਕਿਉਂ ਬਈ ਤੂੰ ਨੋਟਬੁੱਕ ਨਹੀਂ ਪੜ੍ਹੀ? ਉਹ ਕਹਿੰਦਾ ਜੀ ਮੈਂ ਤੇ ਇੱਕ ਦਿਨ ਵੀ ਨਹੀਂ ਜਾਣ ਦਿੱਤਾ, ਮੈਂ ਤੇ ਜਿਉਂ ਭੁੱਖਾ ਮਰਦਾ ਸੀ ਮੈਂ ਨੋਟਬੁੱਕ ਪੜ੍ਹਦਾ ਸੀ, ਮੈਂ ਤੇ ਪੜ੍ਹੀ ਨੋਟਬੁੱਕ, ਪਰ ਤੁਹਾਡੀ ਨੋਟਬੁੱਕ ਨੇ ਕੋਈ ਕੀਤਾ ਹੀ ਨਹੀਂ, ਕੋਈ ਮੰਤਰ ਹੀ ਨਹੀਂ ਚੱਲਿਆ ਇਹਦੇ ਵਿੱਚੋਂ, ਤੇ ਕੋਈ ਕਰਾਮਾਤ ਹੀ ਨਹੀਂ ਦਿਖਾਈ ਤੁਹਾਡੀ ਨੋਟਬੁੱਕ ਨੇ। ਹੁਣ ਗੁਰਮੁਖ ਪਿਆਰਿਓ, ਹਿਸਾਬ ਆਪਾਂ ਲਾ ਲਓ। ਉਹ ਕਹਿੰਦਾ ਵੀ ਦੂਜੇ ਵਾਸਤੇ ਗੁਰਮੰਤਰ ਕਿੱਥੋਂ ਆ ਗਿਆ, ਦੂਜੇ ਵਾਸਤੇ ਕਿੱਦਾਂ ਆ ਗਿਆ? ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਕੀ ਲਿਖ ਕੇ ਦੇ ਕੇ ਗਏ ਹੋ, ਮੇਰੇ ਵਾਲੇ ਨੇ ਕੁਝ ਫਾਇਦਾ ਨਹੀਂ ਕੀਤਾ ਮੰਤਰ ਨੇ। ਉਹ ਗੁਰਮੁਖ ਪਿਆਰਿਓ, ਉਹ ਮੰਤਰ ਨਹੀਂ ਸੀ, ਉਹ ਹਕੀਕਤ ਸੀ, ਰੋਜ਼ ਨਾਮਚਾ ਸੀ। ਉਸ ਰੋਜ਼ ਨਾਮਚੇ ਦੇ ਵਿੱਚ ਲਿਖ ਕੇ ਦੱਸ ਕੇ ਗਏ ਸੀ ਕਿ ਐਦਾਂ ਅਸੀਂ ਕਾਰਿਆ ਕਰਨਾ, ਐਦਾਂ ਹੈ ਗੁਰਬਾਣੀ ਸਾਡੇ ਅੱਗੇ, ਨਿਤਨੇਮ ਐਦਾਂ ਹੈ ਸਾਡੇ ਅੱਗੇ। ਸਾਨੂੰ ਗੁਰੂ ਸਾਡਾ ਕੁਝ ਦੱਸ ਕੇ ਗਏ ਆ ਕਿ ਤੁਸੀਂ ਇਸ ਤਰੀਕੇ ਨਾਲ ਇਸ ਭਵਸਾਗਰ ਨੂੰ ਪਾਰ ਕਰਨਾ, ਤੁਸੀਂ ਇਸ ਤਰੀਕੇ ਨਾਲ ਆਪਣੇ ਮਨ 'ਤੇ ਲੱਗੀ ਹੋਈ ਮੈਲ ਨੂੰ ਉਤਾਰਨਾ, ਇਸ ਤਰੀਕੇ ਨਾਲ ਤੁਸੀਂ ਅਨਹਦ ਬਾਣੀ ਨੂੰ ਸੁਣਨਾ, ਇਸ ਤਰੀਕੇ ਨਾਲ ਤੁਸੀਂ ਉਹਨਾਂ ਪੰਜਾਂ ਚੋਰਾਂ ਨੂੰ ਕਾਬੂ ਕਰਨਾ, ਇਸ ਤਰੀਕੇ ਨਾਲ ਤੁਸੀਂ ਅੰਦਰੋਂ ਅੰਮ੍ਰਿਤ ਕੱਢ ਕੇ ਪੀਣਾ। ਜਦੋਂ ਅੰਮ੍ਰਿਤ ਕੱਢ ਕੇ ਪੀਓਗੇ ਫਿਰ ਤੁਸੀਂ ਅਮਰ ਹੋ ਜਾਓਗੇ, ਮੁੜ ਕੇ ਤੁਹਾਨੂੰ ਜੰਮਣਾ ਮਰਨਾ ਨਹੀਂ ਪਏਗਾ। ਆ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ। ਆਪਾਂ ਨੇ ਪੜ੍ਹ ਕੇ ਗੁਰਮੁਖ ਪਿਆਰਿਓ ਪ੍ਰੈਕਟੀਕਲ ਕਰਨਾ, ਪ੍ਰੈਕਟੀਕਲ ਤੌਰ ਦੇ ਉੱਤੇ ਕਰਕੇ ਅਸੀਂ ਇਹ ਜ਼ਿੰਦਗੀ ਦੀ ਜਿਹੜੀ ਨਾਵ ਹੈ ਨਾ, ਇਹ ਨਾਵ ਹੈ ਜ਼ਿੰਦਗੀ ਦੀ, ਇਸ ਸਮੁੰਦਰ ਤੋਂ ਪਾਰ ਲਾਉਣੀ ਹੈ। ਪਾਰ ਲਾ ਕੇ ਨਿਜ ਘਰ ਲੱਭਣਾ, ਜਾ ਕੇ ਨਿਜ ਘਰ ਦੇ ਵਿੱਚ ਬਹਿ ਜਾਣਾ, ਉਸ ਦੇ ਵਿੱਚ ਜਾ ਕੇ ਆਸਣ ਲਾ ਲੈਣੇ। ਇਸ ਨੂੰ ਆਪਾਂ ਨੇ ਛੱਡ ਦੇਣਾ, ਇਹ ਧਿਆਨ ਕਰਨਾ। ਇਹ ਹੈ ਸਾਡਾ ਪਹਿਲਾ ਕਰਮ, ਇਹ ਹੈ ਸਾਡਾ ਪਹਿਲਾ ਕਾਰਿਆ। ਇਹ ਕਹਿ ਰਹੀ ਹੈ ਸਾਨੂੰ ਗੁਰੂ ਦੀ ਬਾਣੀ। ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਜਿਹੜੇ ਅਜੇ ਵੀ ਲਕੀਰ ਦੇ ਫਕੀਰ ਆ, ਲਕੀਰ ਦੇ ਫਕੀਰ ਹੈ, ਸਿਰਫ ਇਹ ਸੋਚ ਰਹੇ ਆ ਕਿ ਅਸੀਂ ਤੇ ਨਿਤਨੇਮ ਕਰਨਾ। ਹਾਂ, ਨਿਤਨੇਮ ਕਰਨਾ, ਜ਼ਰੂਰ ਕਰਨਾ, ਪਰ ਨਿਤਨੇਮ ਕਹਿੰਦਾ ਕੀ ਹੈ ਉਸ ਨੂੰ ਸਮਝਣਾ, ਉਸ ਨੂੰ ਸਮਝਣਾ। ਜੇ ਅਸੀਂ ਉਸ ਨੂੰ ਸਮਝਦੇ ਨਹੀਂ, ਉਹਦੇ ਉੱਤੇ ਚੱਲਦੇ ਨਹੀਂ, ਫਿਰ ਸਾਡੇ ਪਿਤਾ ਨੇ ਲਿਖ ਦਿੱਤਾ, ਪੜ੍ਹ ਪੜ੍ਹ ਗੱਡੇ ਲੱਦੀ ਹੈ। ਉਹ ਕਰਮ ਨਾ ਕਰੀਏ ਕਿ ਜਿਹੜਾ ਪੜ੍ਹ ਪੜ੍ਹ ਕੇ ਗੱਡੇ ਲੱਦਣ ਵਾਲੀ ਗੱਲ ਹੈ। ਅਸੀਂ ਸਿਰਫ ਉਸ ਕਰਮ ਨੂੰ ਕਰੀਏ ਜੋ ਸਾਨੂੰ ਸਾਡੇ ਪਿਤਾ ਨੇ ਆਖਿਆ। ਕਿਹੜੇ ਕਿਹੜੇ ਪਿਤਾ ਨੇ ਪਰਹੇਜ਼ ਦੱਸੇ ਆ, ਕਿੱਦਾਂ ਕਿੱਦਾਂ ਅਸੀਂ ਜ਼ਿੰਦਗੀ ਨੂੰ ਫੋਲੋ ਕਰਨਾ, ਕਿਹੜੀਆਂ ਕਿਹੜੀਆਂ ਸਾਨੂੰ ਰੁਕਾਵਟਾਂ ਆਉਣੀਆਂ ਨੇ, ਉਹਨਾਂ ਰੁਕਾਵਟਾਂ ਨੂੰ ਅਸੀਂ ਕਿਸ ਤਰੀਕੇ ਨਾਲ ਤੈਅ ਕਰਨਾ ਅਤੇ ਹੁਣ ਆਪਾਂ ਉਹ ਤੈਅ ਕਿੱਦਾਂ ਹੋਣਗੀਆਂ, ਉਹ ਤੈਅ ਕਿੱਦਾਂ ਹੋਣਗੀਆਂ। ਇਹ ਵੀ ਪੜ੍ਹ ਕੇ ਵਿਚਾਰ ਕੇ ਵੀ ਕੰਮ ਖਤਮ ਨਹੀਂ ਹੋਇਆ। ਇਹ ਵੀ ਨਹੀਂ ਕਹਿਣਾ ਕਿ ਤੁਸੀਂ ਵੀਰ ਜੀ ਤੁਸੀਂ ਹੀ ਆਖਿਆ ਸੀ ਪੜ੍ਹ ਲਓ, ਪੜ੍ਹ ਕੇ ਵਿਚਾਰ ਲਓ। ਵਿਚਾਰ ਕੇ ਹੁਣ ਫਿਰ ਆਪਾਂ ਪ੍ਰੈਕਟੀਕਲ ਕਰਾਂਗੇ, ਪ੍ਰੈਕਟੀਕਲ ਕਰਾਂਗੇ। ਹੁਣ ਪ੍ਰੈਕਟੀਕਲ ਕੀ ਕਰਾਂਗੇ?
ਹੁਣ ਪ੍ਰੈਕਟੀਕਲ ਇਹ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਸਾਡਾ ਮਨ ਸੁੱਤਾ ਪਿਆ, ਸਾਡਾ ਮਨ ਸੁੱਤਾ ਪਿਆ। ਸਾਨੂੰ ਗੁਰਬਾਣੀ ਦੇ ਵਿੱਚੋਂ ਪਤਾ ਲੱਗਿਆ ਸਾਡਾ ਮਨ ਸੁੱਤਾ ਪਿਆ। ਫਿਰ ਅਸੀਂ ਪੁੱਛਣਾ, ਗੁਰੂ ਜੀ ਅਸੀਂ ਕਿੱਦਾਂ ਜਗਾਈਏ? ਜੋ ਜਗਾਉਣ ਦੀ ਗੱਲ ਦੱਸੀ ਉਹ ਸਾਨੂੰ ਪਾਤਸ਼ਾਹ ਨੇ ਗੁਰਬਾਣੀ 'ਚ ਦੱਸੀ। ਫਿਰ ਅਸੀਂ ਉਹਦੇ ਉੱਤੇ ਅਮਲ ਕਰਨਾ। ਕੀ ਆਖਿਆ ਪਾਤਸ਼ਾਹ ਨੇ ਜਗਾਉਣ ਦੇ ਲਈ? ਪਾਤਸ਼ਾਹ ਨੇ ਕੀ ਆਖਿਆ? ਪਾਤਸ਼ਾਹ ਨੇ ਆਖਿਆ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਕਹਿੰਦੇ ਸਿਮਰਨ ਕਰ ਕਰਕੇ ਤੂੰ ਸੁੱਤੇ ਪਏ ਮਨ ਨੂੰ ਜਗਾ ਲੈ। ਸਿਮਰਨ ਕਾਹਦਾ ਕਰਨਾ? ਕੀ ਜਪਣਾ ਇੱਦਾਂ ਦਾ? ਕੀ ਹੈ ਸਾਡੇ ਕੋਲ ਇੱਦਾਂ ਦਾ ਜਪਣ ਵਾਲਾ? ਉਹ ਵੀ ਪੁੱਛ ਲਓ। ਫਿਰ ਪਾਤਸ਼ਾਹ ਨੂੰ ਪੁੱਛਦੇ ਹਾਂ, ਪਾਤਸ਼ਾਹ ਦੱਸ ਦਿੰਦਾ। ਪਾਤਸ਼ਾਹ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ। ਕਹਿੰਦੇ ਉਸ ਨੂੰ ਜਪ, ਤੈਨੂੰ ਗੁਰਮੰਤਰ ਮਿਲਿਆ। ਗੁਰਮੰਤਰ ਕਿੱਦਾਂ ਜਪਣਾ ਸਾਨੂੰ ਉਹ ਵੀ ਦੱਸਤਾ। ਹੁਣ ਇੰਨੀ ਗੱਲ ਸੁਣ ਕੇ ਗੁਰੂ ਦੀ ਗੁਰਮੰਤਰ 'ਤੇ ਜਪਣਾ ਸ਼ੁਰੂ ਕਰ ਦਿੱਤਾ ਸੰਗਤ ਨੇ। ਇੰਨੀ ਕੁ ਗੱਲ ਸਮਝ 'ਚ ਆਈ, ਗੁਰਮੰਤਰ ਜਪਣਾ ਸ਼ੁਰੂ ਕਰਤਾ। ਪਰ ਮੇਰਾ ਗੁਰੂ ਨੇ ਫਿਰ ਅੱਗੇ ਸਾਨੂੰ ਇੱਕ ਰੁਕਾਵਟ ਖੜੀ ਕੀਤੀ ਹੈ। ਫਿਰ ਸਾਨੂੰ ਸਮਝਾਉਣਾ ਕੀਤਾ ਕਿ ਤੁਸੀਂ ਗੁਰਮੰਤਰ 'ਤੇ ਜਪਣਾ ਸ਼ੁਰੂ ਕਰਤਾ, ਤੁਸੀਂ ਧਿਆਉਣਾ 'ਤੇ ਸ਼ੁਰੂ ਕਰਤਾ, ਪਰ ਆਪਣੀ ਮੱਤ ਨਾਲ ਨਾ ਧਿਆਇਓ, ਆਪਣੀ ਮੱਤ ਨਾਲ ਨਾ ਧਿਆਇਓ, ਤੁਸੀਂ ਮੇਰੀ ਮੱਤ ਦੇ ਨਾਲ ਧਿਆਇਓ। ਕਿਹੜੀ? ਪਾਤਸ਼ਾਹ ਕੀ ਕਹਿ ਰਹੇ ਆ? ਪਾਤਸ਼ਾਹ ਕਹਿੰਦੇ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਕਹਿੰਦੇ ਉਹ ਗੁਰਸਿੱਖ ਗੁਰੂ ਨੂੰ ਭਾਉਂਦਾ, ਉਹ ਭਾਉਂਦਾ ਗੁਰਸਿੱਖ ਗੁਰੂ ਨੂੰ। ਕਿਹੜਾ? ਜਿਹੜਾ ਸਾਸ ਤੇ ਗਰਾਸ ਤੇ ਆਉਂਦਾ। ਸਵਾਸ ਗਰਾਸ ਕੀ ਹੈ? ਉਹ ਸਾਨੂੰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦੀ ਫੁਲਵਾੜੀ, ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ, ਉਹਨਾਂ ਦੇ ਕੋਲੋਂ ਪਤਾ ਲੱਗਿਆ। ਅੰਦਰ ਪਾਉਣ ਗਈ ਆਪਾਂ ਨੇ ਵਾਹ ਬੋਲਿਆ, ਬਾਹਰ ਪਾਉਣ ਆਈ ਆਪਾਂ ਨੇ ਗੁਰੂ ਬੋਲਿਆ। ਇਹ ਅਹਿਸਾਸ ਗਰਾਸ। ਆਪਣੀ ਆਵਾਜ਼ ਨੂੰ ਆਪ ਸੁਣਨਾ ਅਤੇ ਨਾਲ ਉਸ ਦੇ ਪਿਆਰ ਕਰਨਾ। ਗਾਵੀਏ ਸੁਣੀਏ ਮਨ ਰੱਖੀਏ ਭਾਉ। ਫਿਰ ਆਪਾਂ ਜਦੋਂ ਉਸ ਨੂੰ ਜਪਾਂਗੇ ਫਿਰ ਮਾਲਕ ਛੋਟੀਆਂ ਛੋਟੀਆਂ ਨਿਸ਼ਾਨੀਆਂ ਦੇਵੇਗਾ। ਫਿਰ ਮਾਲਕ ਛੋਟੀਆਂ ਛੋਟੀਆਂ ਨਿਸ਼ਾਨੀਆਂ ਦੇਵੇਗਾ, ਦਾਤਾਂ ਦੇਵੇਗਾ ਸਾਨੂੰ। ਉਹ ਕਿਹੜੀਆਂ ਨੇ? ਉਹ ਕਿਹੜੀਆਂ ਨੇ? ਹਰ ਰਸ ਦਾ ਟਪਕ ਪੈਣਾ, ਹਰ ਰਸ ਦਾ ਕੰਠ ਦੇ ਵਿੱਚ ਆ ਜਾਣਾ, ਉਹ ਹੈ ਨਿਸ਼ਾਨੀ। ਅਨਹਦ ਬਾਣੀ ਦਾ ਥੋੜ੍ਹਾ ਬਹੁਤਾ ਸੁਣਨਾ, ਉਹ ਹੈ ਨਿਸ਼ਾਨੀ। ਜਦੋਂ ਦਰ 'ਤੇ ਬੈਠੇ ਕੂਕਾਂਗੇ ਪੁਕਾਰਾਂਗੇ, ਕਦੇ ਕਦੇ ਮੇਰਾ ਮਾਲਕ ਦਰ ਵੇ ਖੋਲ੍ਹ ਕੇ ਵੇਖ ਲੈਂਦਾ। ਮੇਰਾ ਮਾਲਕ ਦਰ ਖੋਲ੍ਹ ਕੇ ਕਦੇ ਕਦੇ ਵੇਖ ਲੈਂਦਾ। ਜਦੋਂ ਮਾਲਕ ਦਰ ਖੋਲ੍ਹਦਾ, ਮੇਰੇ ਮਾਲਕ ਦੇ ਅੰਦਰ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਸ ਦੇ ਮਹਿਲ ਦੇ ਅੰਦਰ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਉਹ ਦਰ ਖੋਲ੍ਹਦਾ ਤਾਂ ਫਿਰ ਬੱਚਾ ਦਰ 'ਤੇ ਬੈਠਾ, ਬੱਚੇ ਦੇ ਨੇਤਰਾਂ ਦੇ ਉੱਤੇ ਉਹ ਚਮਕਾਰ ਪੈ ਜਾਂਦੀ ਹੈ, ਉਹ ਰੋਸ਼ਨੀ ਪੈਂਦੀ ਹੈ ਜਿਹੜੀ ਅੰਦਰੋਂ ਕਰੋੜਾਂ ਸੂਰਜਾਂ ਦੀ ਹੈ। ਫਿਰ ਬੱਚਾ ਦੇਖ ਕੇ ਗੱਦੇ ਕੇ ਸੰਭਲਦਾ। ਆਹ ਨਿਸ਼ਾਨੀਆਂ ਨੇ ਗੁਰੂ ਪਿਆਰ ਵਾਲਿਓ। ਜਦੋਂ ਫਿਰ ਤੁਸੀਂ ਇਸ ਮਾਰਗ 'ਤੇ ਠਿੱਲ ਪੈਂਦੇ ਹੋ, ਜਦੋਂ ਇਹ ਤਿੰਨੇ ਨਿਸ਼ਾਨੀਆਂ ਦੇ ਵਿੱਚੋਂ ਕੋਈ ਨਿਸ਼ਾਨੀ ਪਾਤਸ਼ਾਹ ਨੇ ਭੇਜਤੀ ਜਾਂ ਦੋ ਭੇਜਤੀਆਂ ਜਾਂ ਤਿੰਨੇ ਭੇਜਤੀਆਂ, ਸਮਝ ਲਓ ਆਪਾਂ ਭਾਗਾਂ ਭਰੇ ਹੋ ਗਏ। ਸਾਡੇ ਉੱਤੋਂ ਉਹ ਭਾਗਹੀਣ ਵਾਲਾ ਸ਼ਬਦ ਕੱਟਿਆ ਗਿਆ। ਸਾਡੇ ਤਕਦੀਰ ਦੇ ਵਿੱਚੋਂ, ਸਾਡੇ ਲੇਖ ਦੇ ਵਿੱਚੋਂ ਉਹ ਭਾਗਹੀਣ ਵਾਲਾ ਸ਼ਬਦ ਕੱਟਿਆ ਗਿਆ। ਉੱਥੇ ਸ਼ਬਦ ਆ ਗਿਆ ਭਾਗਾਂ ਵਾਲੇ। ਭਾਗਾਂ ਵਾਲੇ, ਭਾਗਾਂ ਵਾਲਿਓ, ਇਸ ਕਰਕੇ ਇਹ ਸ਼ਬਦ ਦੇ ਉੱਤੇ ਵਿਚਾਰ ਕਰੋ। ਅਤੇ ਹੁਣ ਕੀ ਕਰਨਾ? ਹੁਣ ਫਿਰ ਆਪਾਂ ਇਕੱਠੇ ਹੋ ਕੇ ਆਪਣੇ ਪਰਮ ਪੂਜਨੀਕ ਪਰਮਾਤਮਾ ਨੂੰ ਆਵਾਜ਼ ਮਾਰਨੀ ਹੈ ਅਤੇ ਆਵਾਜ਼ ਦੇ ਵਿੱਚ ਨਾ ਪਿਆਰ ਝਲਕਦਾ ਹੋਵੇ। ਪਿਆਰ
ਅਤੇ ਇਹ ਨਾ ਹੋਵੇ ਆਵਾਜ਼ ਇੱਥੇ ਮਾਰ ਰਹੇ ਹਾਂ ਅਤੇ ਸੁਰਤੀ ਸਾਡੀ ਕੰਮ 'ਤੇ ਪਈ ਹੋਵੇ। ਆਵਾਜ਼ ਇੱਥੇ ਮਾਰ ਰਹੇ ਹਾਂ, ਸੁਰਤੀ ਸਾਡੀ ਸਰਵਿਸ 'ਤੇ ਹੋਵੇ, ਸੁਰਤੀ ਸਾਡੀ ਕਿਸੇ ਖੇਤੀ 'ਚ ਹੋਵੇ, ਸੁਰਤੀ ਸਾਡੀ ਕਿਸੇ ਬਿਜ਼ਨਸ ਦੇ ਵਿੱਚ ਹੋਵੇ। ਨਹੀਂ, ਜਿੰਨੀ ਦੇਰ ਸਿਮਰਨ ਕਰਨਾ ਓਨੀ ਦੇਰ ਸਾਰਾ ਕੁਝ ਮਾਲਕ ਨੂੰ ਸਮਰਪਣ ਕਰ ਦਿਓ, ਦੇ ਦਿਓ ਓਨੀ ਦੇਰ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨ ਲਓ ਗੁਰੂ ਦਾ। ਜਦੋਂ ਹੁਕਮ ਮੰਨਾਂਗੇ ਉਦੋਂ ਫਿਰ ਇਹ ਵਸਤੂਆਂ ਨੂੰ ਪਾ ਲਵਾਂਗੇ, ਫਿਰ ਇਹ ਵਸਤੂਆਂ ਨੂੰ ਪਾਵਾਂਗੇ। ਆਖੇ ਨਾ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ, ਫਿਰ ਪਾਵਾਂਗੇ ਜਦੋਂ ਹੁਕਮ ਨੂੰ ਮੰਨ ਲਵਾਂਗੇ। ਹੁਣ ਉਹੀ ਰੋਜ਼ ਦੇ ਬਚਨ ਅੰਦਰ ਪਾਉਣ ਗਈ ਵਾਹ ਤੇ ਬਾਹਰ ਪਾਉਣ ਆਈ ਗੁਰੂ। ਨੇਤਰਾਂ ਨੂੰ ਬੰਦ ਕਰਨਾ, ਆਪਣੀ ਆਵਾਜ਼ ਨੂੰ ਆਪ ਸੁਣਨਾ ਨਾ ਭੁੱਲਿਓ, ਆਪਣੀ ਆਵਾਜ਼ ਨੂੰ ਆਪ ਸੁਣਨਾ ਨਾ ਭੁੱਲਿਓ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਅਡੋਲ ਹੋ ਜੋ, ਅਡੋਲ ਸਿਮਰਨ ਕਰਦੇ ਕਰਦੇ ਖੋਏ ਜਾਓ ਇਸ ਦੇ ਵਿੱਚ, ਆਪਣੀ ਆਵਾਜ਼ ਦੇ ਵਿੱਚ ਮਗਨ ਹੋ ਜੋ, ਮਗਨ ਬਿਲਕੁਲ ਸਮਾਪਤ ਕਰ ਦਿਓ ਆਪਣਾ ਆਪ ਨੂੰ। ਆਪ ਗਵਾਈਏ ਤਾਂ ਸਹੁੰ ਪਾਈਏ, ਇੱਕ ਮਿੱਕ ਹੋ ਜੋ ਗੁਰਮੁਖ ਪਿਆਰਿਓ ਆਪਣੀ ਧੁਨ ਦੇ ਨਾਲ। ਦੇਖੋ ਫਿਰ ਆਨੰਦ ਕੁਝ ਵੱਖਰਾ ਹੀ ਮਿਲੇਗਾ। ਸਿਆਣਪ ਨੂੰ ਤਿਆਗ ਦਿਓ, ਛੱਡ ਦਿਓ ਸਿਆਣਪ ਨੂੰ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੋ ਜਾਓ, ਲੀਨ ਮਸਤ ਹੋ ਜਾਓ ਗੁਰਮੁਖ ਪਿਆਰਿਓ। ਭੁੱਲ ਜੋ ਆਪਣੇ ਆਪ ਨੂੰ। ਥੋਕ ਹੈ, ਥੋਕ ਦੇ ਵਿੱਚ ਧਨ ਇਕੱਠਾ ਕਰ ਲਓ। ਇਸ ਵੇਲੇ 245 46 ਗੁਰਮੁਖ ਜੁੜੇ ਹੋਏ ਆ। ਲੈ ਲਓ ਆਨੰਦ। 246 ਸੁਵਾਸ ਇਕੱਠੇ ਜਮ੍ਹਾਂ ਹੋ ਰਹੇ ਆ। ਉਹਨਾਂ ਦੇ ਜਿਹੜੇ ਧੁਨ ਦੇ ਵਿੱਚ ਆਵਾਜ਼, ਧਿਆਨ ਧੁਨ ਦੇ ਵਿੱਚ ਰੱਖਦੇ ਆ। ਲੈ ਲਓ ਲਾਹਾ ਗੁਰੂ ਪਿਆਰ ਵਾਲਿਓ, ਲੈ ਲਓ 2-4 ਮਿੰਟ ਹੋਰ ਲੈ ਲਓ ਲਾਹਾ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਹੁਣ ਗੁਰਮੁਖ ਪਿਆਰਿਓ ਸ਼ਬਦ ਉਚਾਰਨਾ ਬੰਦ ਕਰ ਦਿਓ। ਸਿਰਫ 1 ਮਿੰਟ ਦੇ ਲਈ ਸਹਿਜ ਦੇ ਵਿੱਚ ਚਲੇ ਜਾਓ। ਆਪਣੇ ਅੰਦਰੋਂ ਆਪਣੀ ਹੀ ਅਨਹਦ ਬਾਣੀ ਜੋ ਚੱਲ ਰਹੀ ਹੈ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਸੁਣੋ ਸਾਰੇ ਗੁਰਮੁਖ, ਅੰਤਰਗਤ ਹੋ ਜਾਓ। ਅੰਤਰਗਤ ਧਿਆਨ ਲਾ ਕੇ ਇੱਕਮਿਕ ਹੋ ਕੇ ਮਾਲਕ ਦੇ ਨਾਲ ਅਡੋਲ ਅਵਸਥਾ ਦੇ ਵਿੱਚ ਬਹਿ ਕੇ ਅੰਦਰ ਅਨਹਦ ਬਾਣੀ ਚੱਲਦੀ ਹੈ, ਉਸ ਅਨਹਦ ਬਾਣੀ ਨੂੰ ਸੁਣਨ ਦੀ ਕੋਸ਼ਿਸ਼ ਕਰੋ ਜੀ। ਵਾਹਿਗੁਰੂ ਵਾਹਿਗੁਰੂ। ਹੁਣ ਆਪਾਂ 2-4 ਮਿੰਟਾਂ ਦੇ 2 ਕੁ ਮਿੰਟਾਂ ਦੇ ਲਈ ਸੰਸਾਰ ਦੇ ਨਾਲੋਂ ਨਾਤਾ ਤੋੜਿਆ ਸੀ, ਨਿਰੰਕਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਮਾਂ ਥੋੜ੍ਹਾ ਹੈ। ਪੂਰਾ ਸਮਾਂ ਆਪਾਂ ਦੇ ਨਹੀਂ ਪਾਏ। ਕੋਈ ਗੱਲ ਨਹੀਂ, ਇਹ ਸਿਰਫ ਇੱਕ ਦੱਸਿਆ ਜਾਂਦਾ ਹੈ ਕਿ ਅਸੀਂ ਇਸ ਤਰੀਕੇ ਨਾਲ ਬੈਠਣਾ ਹੁੰਦਾ। ਤੁਸੀਂ ਵੀ ਇਕੱਲੇ ਘਰ ਪ੍ਰੈਕਟਿਸ ਕਰਦੇ ਕਰਦੇ, ਪਰਿਵਾਰ ਦੇ ਵਿੱਚ ਕਰਦੇ ਕਰਦੇ ਇੱਦਾਂ ਅਡੋਲ ਅਵਸਥਾ ਦੇ ਵਿੱਚ ਬੈਠਣਾ ਹੈ। ਅਡੋਲ ਅਵਸਥਾ ਦੇ ਵਿੱਚ ਬੈਠਣਾ, ਸਭ ਕੁਝ ਇੱਥੇ ਸਮਰਪਣ ਕਰ ਦੇਣਾ। ਮਾਲਕ ਨੂੰ ਸਭ ਕੁਝ ਸਮਰਪਣ ਕਰ ਦੇਣਾ। ਜਦੋਂ ਸਾਰਾ ਕੁਝ ਸਮਰਪਣ ਕਰਤਾ, ਉਦੋਂ ਸਾਡਾ ਫੁਰਨਿਆਂ ਨੇ ਖਹਿੜਾ ਛੱਡ ਦੇਣਾ। ਫੁਰਨੇ ਉਸ ਵੇਲੇ ਰੁਕ ਜਾਣੇ ਆ। ਜਦੋਂ ਫੁਰਨੇ ਰੁਕ ਗਏ, ਫਿਰ ਅਸੀਂ ਨਿਜ ਘਰ ਚਲੇ ਜਾਵਾਂਗੇ। ਫਿਰ ਆਪਾਂ ਥਿਰ ਘਰ ਦੇ ਵਿੱਚ ਜਾਵਾਂਗੇ। ਜਿੰਨੀ ਦੇਰ ਫੁਰਨੇ ਚੱਲਦੇ ਹੈ, ਉਨੀ ਦੇਰ ਅਸੀਂ ਨਿਜ ਘਰ ਨਹੀਂ ਜਾ ਸਕਦੇ।
ਅਤੇ ਜਿਹੜਾ ਆਨੰਦ ਹੈ ਉਹ ਨਿੱਜ ਘਰ ਦੇ ਵਿੱਚ ਹੈ, ਇਹਨਾਂ 9 ਦਰਵਾਜ਼ਿਆਂ ਦੇ ਵਿੱਚ ਨਹੀਂ ਹੈ ਗੁਰਮੁਖ ਪਿਆਰੇ। ਇਸੇ ਤਰੀਕੇ ਨਾਲ ਅਸੀਂ ਆਪਣਾ ਹਰ ਇੱਕ ਸਵਾਸ ਰੋਜ਼ ਬਚਾਉਣਾ, ਤੁਰਦੇ ਵੀ, ਫਿਰਦੇ ਵੀ, ਉੱਠਦੇ ਵੀ, ਬਹਿੰਦੇ ਵੀ ਕੀ ਕਰਨਾ? ਗੁਰਮੰਤਰ ਨੂੰ ਦ੍ਰਿੜ ਕਰਨਾ ਹੈ, ਗੁਰਮੰਤਰ ਨੂੰ ਜਪਣਾ ਹੈ, ਤਾਂ ਕਿ ਸਾਡੇ ਇਹ ਸਵਾਸ ਮਾਲਕ ਦੇ ਲੇਖੇ ਲੱਗ ਸਕਣ। ਸਾਡੇ ਉੱਤੇ ਸਵਾਸਾਂ ਰੂਪੀ ਜੋ ਕਰਜ਼ਾ ਚੜ੍ਹਿਆ ਹੋਇਆ ਹੈ, ਮਾਲਕ ਇਸ ਕਰਜ਼ੇ ਨੂੰ ਉਤਾਰ ਦੇਣ। ਆਪ ਕਹਿ ਦੇਣ ਧਰਮਰਾਜ ਨੂੰ ਕਿ ਮੇਰੇ ਬੱਚਿਆਂ ਦੇ ਕਾਗਜ਼ ਪਾੜ ਦਿਓ, ਮੇਰੇ ਬੱਚਿਆਂ ਦਾ ਲੇਖਾ ਜੋਖਾ ਪਾੜ ਦਿਓ। ਉਹ ਆਪ ਕਹਿਣ। ਆਪ ਕਦੋਂ ਕਹਿਣਗੇ? ਜਦੋਂ ਅਸੀਂ ਗੁਰੂ ਦੇ ਪਿਆਰੇ ਬੱਚੇ ਹੋ ਜਾਵਾਂਗੇ। ਆਪਣੇ ਆਪ ਨੂੰ ਬਜ਼ੁਰਗ ਨਾ ਸਮਝੋ, ਜਵਾਨ ਨਾ ਸਮਝੋ। ਅਸੀਂ ਸਾਰੇ ਬੱਚੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ। ਆਪਾਂ ਸਾਰੇ ਬੱਚੇ ਹਾਂ ਪਰਮ ਪਿਤਾ ਪਰਮਾਤਮਾ ਦੇ, ਅਤੇ ਬੱਚੇ ਬਣ ਕੇ ਹੀ ਰਹੋ ਗੁਰਮੁਖ ਪਿਆਰੇ, ਬੱਚੇ ਬਣ ਕੇ ਹੀ ਰਹੋ। ਇੱਕ ਪੰਜਾਬੀ ਦੀ ਆਪਣੀ ਕਹਾਵਤ ਹੈ ਨਾ, ਬਾਪੂ ਬਾਪੂ ਕਹਿੰਦੇ ਸੀ, ਬੜਾ ਸੁਖੀ ਰਹਿੰਦੇ ਸੀ। ਬਾਪੂ ਕਹਾ ਲਿਆ, ਬੜਾ ਹੀ ਦੁੱਖ ਪਾ ਲਿਆ। ਇਸ ਕਰਕੇ ਆਪਾਂ ਬੱਚੇ ਹਾਂ, ਆਪਣਾ ਪਰਮ ਪਿਤਾ ਉਹੀ ਹੈ। ਅਸੀਂ ਬੱਚੇ ਬਣ ਕੇ ਰਹਾਂਗੇ ਅਤੇ ਸੁਖ ਰਹਾਂਗੇ, ਸੁਖ ਲੈਣਾ ਆਪਾਂ ਨੇ। ਇਸ ਕਰਕੇ ਇੰਨੀ ਕੁ ਹਾਜ਼ਰੀ ਦਾਸ ਦੀ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰਬਾਣੀ ਗੁਰੂ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਧੰਨ ਹੈ, ਧੰਨ ਹੈ, ਧੰਨ ਹੈ ਮੇਰੇ ਵੈਦ ਦੇ ਉਹ ਗੁਰੂ ਗੋਬਿੰਦ ਗੋਬਿੰਦਾ, ਉਹ ਪਰਮ ਪੂਜੀਏ ਪਰਮਾਤਮਾ। ਹਰ ਹਰ ਨਾਮ ਔਖਦ ਮੁਖ ਦੇਵੈ। ਔਖਦ ਦਾ ਮਤਲਬ ਹੈ ਇੱਕ ਦਵਾ। ਔਖਦ ਦਾ ਮਤਲਬ ਹੈ ਇੱਕ ਦਵਾ। ਕਹਿੰਦੇ ਨਾਮ ਦੀ, ਹਰੀ ਦੇ ਨਾਮ ਦੀ ਦਵਾਈ ਸਾਡੇ ਮੁਖ ਦੇ ਵਿੱਚ ਦਿੰਦਾ ਹੈ। ਅਤੇ ਉਸ ਦਵਾਈ ਨਾਲ ਕੀ ਹੁੰਦਾ ਪਤਾ? ਕੀ ਕਰਦਾ ਹਰੀ ਦੀ ਦਵਾਈ ਦੇ ਕੇ? ਸਾਡੇ ਜਿਹੜੀ ਹਰੀ ਦੀ ਦਵਾਈ ਸਾਡੇ ਮੁਖ ਦੇ ਵਿੱਚ ਦਿੰਦਾ ਹੈ, ਉਹਦੇ ਨਾਲ ਕੀ ਕਰਦਾ? ਜਮਾਂ ਦੀਆਂ ਫਾਹੀਆਂ ਸਾਡੇ ਗਲ ਦੇ ਵਿੱਚ ਜਿਹੜੀਆਂ ਪਈਆਂ ਹੋਈਆਂ ਨੇ, ਉਹਨਾਂ ਨੂੰ ਕੱਟਦਾ ਗੁਰੂ ਪਿਆਰਿਓ, ਉਹਨਾਂ ਨੂੰ ਕੱਟਦਾ ਉਹ ਫਾਹੀਆਂ ਨੂੰ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਿਹੜਾ ਜਮਾਂ ਨੇ ਜਿਹੜੀਆਂ ਫਾਹੀਆਂ ਗਲ ਦੇ ਵਿੱਚ ਪਾਈਆਂ ਨੇ ਸਾਡੀਆਂ, ਕਾਹਦੀਆਂ? ਲੋਭ, ਲਾਲਚ, ਮੋਹ, ਹੰਕਾਰ, ਤ੍ਰਿਸ਼ਨਾ। ਅਸੀਂ ਇਹਨਾਂ ਫਾਹੀਆਂ ਦੇ ਵਿੱਚੋਂ ਨਿਕਲਣਾ ਗੁਰੂ ਪਿਆਰ ਵਾਲਿਓ। ਅਤੇ ਨਿਕਲ ਕੇ ਅਸੀਂ ਜਿਹੜੀ ਪ੍ਰੀਤ ਪਾਉਂਦੇ ਹਾਂ ਨਾ, ਇਹ ਝੂਠੀ, ਉਸ ਪ੍ਰੀਤ ਨੂੰ ਛੱਡ ਦਿਓ। ਉਸ ਪ੍ਰੀਤ ਨੂੰ ਅਸੀਂ ਉਸ ਦੇ ਨਾਲ ਪਾਉਣੀ ਹੈ ਜਿਹੜੀ ਚੀਜ਼ ਸਥਿਰ ਹੈ, ਜਿਹੜੀ ਸਥਿਰ ਹੈ। ਸਥਿਰ ਹੈ ਇੱਕ ਥਿਰ ਹੈ। ਥਿਰ ਕਹਿੰਦੇ ਆ ਜਿਹੜੀ ਪੱਕੀ ਇੱਕ ਜਗ੍ਹਾ 'ਤੇ ਖੜ੍ਹੀ ਹੈ। ਸਥਿਰ ਹੈ ਜਿਹੜੀ ਹੱਲਦੀ ਰਹਿੰਦੀ, ਤੁਰਦੀ ਫਿਰਦੀ। ਹੁਣ ਜਿਹੜੀਆਂ ਜੂਨਾਂ ਨੇ, ਜਿਸ ਚੀਜ਼ ਨੂੰ ਅਸੀਂ ਇਹਨਾਂ ਨੇਤਰਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ
ਸਿੱਧੀ ਤੌਰ ਦੇ ਉੱਤੇ ਇਹਨਾਂ ਨੇਤਰਾਂ ਦੇ ਨਾਲ ਦੇਖ ਰਹੇ ਹਾਂ, ਇਹ ਸਾਰੀ ਸਥਿਰ ਹੈ, ਭਾਵ ਚੱਲਣਹਾਰ ਹੈ। ਇਹ ਪਾਤਸ਼ਾਹ ਕਹਿੰਦੇ ਇਹਦੇ ਨਾਲ ਤੁਸੀਂ ਪਿਆਰ ਨਾ ਪਾਓ, ਪਿਆਰ ਨਾ ਪਾਓ, ਕਹਿੰਦੇ ਇਸ ਦੇ ਨਾਲ। ਕਹਿ ਰਹੇ ਹੈ ਪਾਤਸ਼ਾਹ, ਗੁਰਬਾਣੀ ਦੇ ਵਿੱਚ ਸਮਝਾ ਰਹੇ ਹੈ। ਪਾਤਸ਼ਾਹ ਕਹਿੰਦੇ ਹੈ, ਤਿਸ ਸਿਉ ਨੇਹ ਨਾ ਕੀਚਈ, ਜੋ ਦੀਸੈ ਚੱਲਣਹਾਰ। ਕਹਿੰਦੇ ਜਿਹੜੀ ਚੀਜ਼ ਤੈਨੂੰ ਦੀਂਦਾ ਇਹਨੇ ਚੱਲੀ ਜਾਣਾ, ਤੂੰ ਉਸ ਦੇ ਨਾਲ ਕਾਹਦੇ ਲਈ ਨੇਹ ਕਰਦਾ? ਜਿਹੜਾ ਸਦਾ ਥਿਰ ਹੈ, ਜਿਹੜਾ ਸੱਚ ਹੈ, ਉਸ ਦੇ ਨਾਲ ਨੇਹ ਕਿਉਂ ਨਹੀਂ ਕਰਦਾ? ਅਤੇ ਹੁਣ ਉਹ ਕਿਹੜੀ ਚੀਜ਼ ਹੈ? ਹੁਣ ਉਹ ਕਿਹੜੀ ਚੀਜ਼ ਹੈ ਜਿਹੜੀ ਸਦਾ ਥਿਰ ਹੈ? ਉਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਚੀਜ਼ ਹੈ, ਜਿੱਥੋਂ ਅਸੀਂ ਪਿਆਰ ਆਰੰਭ ਕਰਨਾ, ਜਿੱਥੋਂ ਆਪਾਂ ਨੇ ਪਿਆਰ ਆਰੰਭ ਕਰਨਾ, ਉਹ ਨੇ ਗੁਰਮੁਖ ਪਿਆਰਿਓ ਅਨਹਦ ਸ਼ਬਦ। ਉਹ ਨੇ ਅਨਹਦ ਸ਼ਬਦ। ਜਦੋਂ ਇੱਕ ਵਾਰ ਤੁਹਾਡਾ ਮੋਹ ਪੈ ਗਿਆ, ਇੱਕ ਵਾਰ ਪਿਆਰ ਪੈ ਗਿਆ, ਫਿਰ ਨਾ ਉਹਨਾਂ ਨੇ ਦਿਨ ਰੁਕਣਾ ਅਤੇ ਨਾ ਰਾਤ ਨੂੰ ਰੁਕਣਾ, ਨਾ ਉਹਨਾਂ ਨੇ ਗਰਮੀਆਂ 'ਚ ਰੁਕਣਾ ਅਤੇ ਨਾ ਉਹਨਾਂ ਨੇ ਸਰਦੀਆਂ 'ਚ ਰੁਕਣਾ, ਨਾ ਬਾਰਿਸ਼ ਦੇ ਵਿੱਚ ਰੁਕਣਾ, ਨਾ ਉੱਤੇ ਨੀਚੇ ਆਕਾਸ਼ ਦੇ ਵਿੱਚ ਰੁਕਣਾ, ਨਾ ਉਹਨਾਂ ਨੇ ਪਤਾਲ ਦੇ ਵਿੱਚ ਰੁਕਣਾ। ਉਹ ਸ਼ਬਦ, ਉਸ ਨੂੰ ਕੀ ਕਹਿੰਦੇ ਹੈ? ਬਿਨ ਨਾਵੈ ਨਾਹੀ ਕੋ ਥਾਓ। ਉਹ ਹੈ ਨਾਮ। ਉਸ ਤੋਂ ਬਗੈਰ ਇੱਦਾਂ ਦੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾਮ ਨਹੀਂ। ਕਿਤੇ ਆਲ ਵਰਲਡ ਦੇ ਕੋਈ ਕੋਨਾ ਇੱਦਾਂ ਦਾ ਨਹੀਂ ਜਿੱਥੇ ਨਾਮ ਨਹੀਂ। ਬਿਨ ਨਾਮੈ ਨਾਹੀ ਕੋ ਥਾਉ। ਉਹਦੇ ਨਾਲ ਪਿਆਰ ਕਰ। ਉਹ ਕੀ ਹੈ? ਅਨਹਦ ਸ਼ਬਦ ਸੁਹਾਵਣੇ। ਉਹ ਨੇ ਸੋਹਣੇ ਸ਼ਬਦ। ਪਾਈਐ ਗੁਰ ਵਿਚਾਰ। ਉਹਨਾਂ ਸ਼ਬਦਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ? ਗੁਰੂ ਦੀ ਵਿਚਾਰ ਸੁਣ ਕੇ। ਗੁਰੂ ਦੀ ਵਿਚਾਰ ਸੁਣਦੇ ਸੁਣਦੇ ਸਾਡਾ ਮਨ ਚੁੱਪ ਕਰ ਜਾਏਗਾ। ਸਾਡਾ ਮਨ ਚੁੱਪ ਕਰ ਜਾਏਗਾ। ਕਿੱਦਾਂ? ਜਿੱਦਾਂ ਹੁਣ ਤੁਹਾਡਾ ਬਿਲਕੁਲ ਇੰਟਰਸਟ ਬਣਿਆ ਹੋਇਆ, ਤੁਸੀਂ ਸੋਚ ਰਹੇ ਸੀ ਕਿ ਉਹ ਕਿਹੜੀ ਚੀਜ਼ ਹੈ ਜਿਸ ਦੇ ਨਾਲ ਅਸੀਂ ਨੇ ਪਿਆਰ ਕਰਨਾ, ਨੇਹੋ ਕਰਨਾ, ਜਿਸ ਦੇ ਨਾਲ ਨੇਹੋ। ਗੁਰਬਾਣੀ ਦੇ ਵਿੱਚ ਬੜੀ ਵਰਡਿੰਗ ਇੱਦਾਂ ਦੀ ਹੈ ਜਿਹੜੀ ਅਸੀਂ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ। ਪਤਾ ਨਹੀਂ ਕਿੱਥੋਂ ਕਿੱਥੋਂ ਦੀ ਵਰਡਿੰਗ ਗੁਰਬਾਣੀ ਦੇ ਵਿੱਚ ਸਾਨੂੰ ਮਿਲ ਜਾਂਦੀ ਹੈ। ਜਿੱਦਾਂ ਆਪਾਂ ਨੇ ਵਰਡਿੰਗ ਬਾਰੇ ਇੱਕ ਦਿਨ ਪਹਿਲਾਂ ਵਿਚਾਰ ਕੀਤੀ ਸੀ ਕਿ ਇੱਕ ਸਾਡੇ ਮਾਲਵੇ ਦੀ ਬੋਲੀ ਹੈ, ਜਾਂ ਉਹਨੂੰ ਹਰਿਆਣੇ ਵਾਲੇ ਵੀ ਵਰਤ ਯੂਜ ਕਰ ਲੈਂਦੇ ਹੈ। ਆਮ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਕੋਈ ਚੀਜ਼ ਨੂੰ ਲੱਭਣਾ, ਕੋਈ ਚੀਜ਼ ਨੂੰ ਲੱਭਣਾ। ਪਰ ਕੁਛ ਸਾਡਾ ਏਰੀਆ ਅਤੇ ਕੁਛ ਹਰਿਆਣਾ, ਉਹ ਕਹਿੰਦੇ ਹੈ ਕਿ ਉਸ ਟੋਲਾ, ਉਸ ਚੀਜ਼ ਨੂੰ ਟੋਲਾ। ਆਮ ਪਿਓਰ ਹਿੰਦੀ 'ਚ ਕਹਿੰਦੇ ਆ ਢੂੰਡਣਾ, ਢੂੰਡਣਾ। ਪਰ ਆਹ ਹਰਿਆਣਵੀ ਏਰੀਆ ਅਤੇ ਸਾਡਾ ਏਰੀਆ ਕਹਿੰਦਾ ਉਸ ਨੂੰ ਟੋਲਾ। ਇਹ ਟੋਲਾ ਸ਼ਬਦ ਵੀ ਗੁਰਬਾਣੀ ਦੇ ਵਿੱਚ ਹੈ। ਪਾਤਸ਼ਾਹ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭਲਾਈ। ਆਹ ਟੋਲਾ ਸ਼ਬਦ ਪਤਾ ਨਹੀਂ ਦੇਖੋ ਕਿੱਥੋਂ ਵਰਤ। ਇੱਦਾਂ ਹੁਣ ਨੇਹੋ, ਪਾਤਸ਼ਾਹ ਕਹਿੰਦੇ ਤਿਸ ਸਿਉ ਨੇਹ ਨਾ ਕੀਚੀ। ਕਹਿੰਦੇ ਉਹਦੇ ਨਾਲ ਨੇਹ ਨਾ ਕਰ ਤੂੰ। ਕਿਹਦੇ ਨਾਲ? ਨੇਹ ਭਾਵ ਪਿਆਰ ਨਾ ਕਰ। ਕਿਹਦੇ ਨਾਲ? ਜਿਹੜੀ ਚੀਜ਼ ਨੇ ਤੁਰ ਜਾਣਾ, ਜਿਹੜੀ ਚੀਜ਼ ਨੇ ਰਹਿਣੀ ਨਹੀਂ ਇੱਥੇ, ਉਹਦੇ ਨਾਲ ਕਿਉਂ ਪਿਆਰ ਕਰਦੇ ਨੇ? ਪਤਾ ਨਹੀਂ ਉਹ ਤੇਥੋਂ ਪਹਿਲਾਂ ਚਲੀ ਜਾਵੇ, ਪਤਾ ਨਹੀਂ ਤੇਥੋਂ ਬਾਅਦ 'ਚ ਚਲੀ ਜਾਵੇ। ਫਿਰ ਇਸ ਦੇ ਵਿੱਚ ਹੋਰ ਚੀਜ਼ਾਂ ਤੇ ਛੱਡੋ ਸਾਰੀਆਂ, ਹੋਰ ਤੇ ਸਾਰੀਆਂ ਛੱਡੋ। ਇਸ ਦੇ ਵਿੱਚ ਸਾਡਾ ਸਰੀਰ ਵੀ ਆ ਗਿਆ, ਸਾਡੀ ਕਾਇਆ, ਸਾਡਾ ਤਨ ਵੀ ਆ ਗਿਆ। ਇਸ ਨੇ ਵੀ ਰਹਿਣਾ ਨਹੀਂ। ਹੋਰ ਨੂੰ ਤੇ ਪਿਆਰ ਕੀ ਕਰਨਾ ਹੈ?
ਪਾਤਸ਼ਾਹ ਕਹਿੰਦੇ ਇਹਦੇ ਨਾਲ ਵੀ ਪਿਆਰ ਨਾ ਕਰ। ਤਿਸ ਸਿਉਨੇ ਨਾ ਕੀਚਈ ਜੋ ਦੀਸੈ ਚੱਲਣ ਹਾਰ। ਅਨਹਦ ਨਾਦ ਸੁਹਾਵਣੇ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ। ਗੁਰੂ ਦੀ ਵਿਚਾਰ ਦੇ ਨਾਲ ਉਹ ਜਿਹੜੇ ਸ਼ਬਦ ਨੇ ਉਹ ਸੋਹਣੇ ਨੇ, ਅਸੀਂ ਉਹਨਾਂ ਨੂੰ ਪ੍ਰਾਪਤ ਕਰਨਾ। ਜਦੋਂ ਸਾਨੂੰ ਉਹ ਸ਼ਬਦ ਪ੍ਰਾਪਤ ਹੋ ਗਏ, ਸਮਝ ਲਓ ਅਸੀਂ ਉਸ ਮਾਰਗ 'ਤੇ ਠਿੱਲ ਪਏ। ਉਸ ਮਾਰਗ 'ਤੇ ਠਿੱਲ ਪਏ ਜਿਹੜਾ ਮਾਰਗ ਸਾਡੇ ਪਿਤਾ ਦੇ ਘਰ ਨੂੰ ਜਾਂਦਾ, ਜਿਹੜੇ ਮਾਰਗ ਬਾਰੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ। ਕਿਹੜਾ ਮਾਰਗ ਹੈ? ਉਹ ਲਿਵ ਦਾ ਮਾਰਗ ਹੈ, ਜਿਹੜਾ ਮਾਲਕ ਦੇ ਨੇੜੇ ਲੈ ਕੇ ਜਾਂਦਾ, ਅਤੇ ਧਾਤ ਦਾ ਮਾਰਗ ਮਾਲਕ ਤੋਂ ਦੂਰ ਲੈ ਕੇ ਜਾਂਦਾ। ਇਸੇ ਲਈ ਜਪਜੀ ਸਾਹਿਬ ਦੇ ਲਾਸਟ ਸ਼ਲੋਕ ਦੇ ਵਿੱਚ ਆਖਿਆ ਗਿਆ, ਕੈ ਨੇੜੇ ਕੇ ਦੂਰ। ਇੱਦਾਂ ਦੇ ਕਰਮ ਕਰਦੇ ਆ। ਕੁਝ ਕਰਮ ਸਾਨੂੰ ਮਾਲਕ ਦੇ ਨੇੜੇ ਲੈ ਜਾਂਦੇ ਆ, ਕੁਝ ਕਰਮ ਸਾਨੂੰ ਮਾਲਕ ਤੋਂ ਦੂਰ ਲੈ ਜਾਂਦੇ ਆ। ਕਰਮੀ ਆਪੋ ਆਪਣੀ, ਆਪਾਂ ਜਿਹੜੇ ਕਰਮ ਕਰਦੇ ਆ ਉਹ ਕਰਮ, ਹੋਰ ਨਹੀਂ ਕੁਛ ਪੜ੍ਹੀ ਜਾਂਦੇ ਆ, ਅਸੀਂ ਵਿਚਾਰ ਨਹੀਂ ਕਰਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੁਝ ਕਰਮ ਸਾਡੇ ਇੱਦਾਂ ਦੇ ਕਰ ਲੈਂਦੇ ਆ ਅਸੀਂ ਜਿਹੜੇ ਸਾਨੂੰ ਮਾਲਕ ਦੇ ਨੇੜੇ ਲੈ ਆਉਂਦੇ ਆ, ਕੁਝ ਕਰਮ ਇੱਦਾਂ ਦੇ ਕਰਦੇ ਆ ਜੀਵ ਜਿਹੜੇ ਮਾਲਕ ਤੋਂ ਦੂਰ ਲੈ ਜਾਂਦੇ ਆ। ਪਰ ਅਸੀਂ ਕੀ ਕਰਨਾ? ਅਸੀਂ ਇੱਦਾਂ ਦੇ ਕਰਮ ਕਰਨੇ ਆ ਜਿਹੜੇ ਸਾਨੂੰ ਮਾਲਕ ਦੇ ਨੇੜੇ ਲੈ ਆਉਣ ਅਤੇ ਉਸ ਜੋਤ ਦੇ ਨਾਲ ਸਾਡੀ ਜੋਤ ਮਿਲਾ ਦੇਣ। ਪਾਤਸ਼ਾਹ ਕਹਿੰਦੇ ਆਵਾ ਗਾਉਣ ਨਵਾਰਿਆ ਜੋਤੀ ਜੋਤ ਮਿਲਾਏ। ਉਸ ਜੋਤ ਦੇ ਨਾਲ ਸਾਡੀ ਜੋਤ ਮਿਲ ਜੇ। ਅਤੇ ਇਹ ਸਾਰਾ ਕੁਝ ਇਸ ਕਮਾਈ ਦੇ ਉੱਤੇ ਨਿਰਭਰ ਨਹੀਂ ਕਰਦਾ। ਸਭ ਤੋਂ ਵੱਧ ਜੋ ਸਾਡੀ ਪੂਰਬਲੀ ਕਮਾਈ ਹੈ ਉਸ 'ਤੇ ਨਿਰਭਰ ਕਰਦਾ। ਉਸ ਕਮਾਈ ਨੂੰ ਸਮਝ ਕੇ ਹੁਣ ਆਪਾਂ ਨੇ ਸਾਰਾ ਕੁਝ ਸਮਰਪਣ ਕਰ ਦੇਣਾ, ਮਾਲਕ ਦੇ ਉੱਤੇ। ਜਦੋਂ ਗੁਰਮੁਖ ਪਿਆਰਿਓ, ਜੇ ਤੁਹਾਡਾ 50% ਮਨ ਮੰਨ ਜਾਵੇ, ਫਿਰ ਕਿੰਤੂ ਪਰੰਤੂ ਨਾ ਕਰਿਓ, ਕੋਈ ਵੀ ਕਿੰਤੂ ਪਰੰਤੂ ਨਾ ਕਰਿਓ। 50% ਮਨ ਮੰਨਣ ਤੋਂ ਬਾਅਦ ਜੇ ਮਨ ਦੇ ਵਿੱਚ ਕਿੰਤੂ ਪਰੰਤੂ ਆਉਂਦੀ ਹੈ, ਸਮਝ ਲਓ ਅਜੇ ਉਹ ਚੋਰਾਂ ਨੇ ਤੁਹਾਡਾ ਪਿੱਛਾ ਨਹੀਂ ਛੱਡਿਆ। ਉਹਨਾਂ ਚੋਰਾਂ ਨੇ ਪਿੱਛਾ ਨਹੀਂ ਛੱਡਿਆ, ਅਜੇ ਤੁਹਾਡਾ